ਗੁਰੂ ਭਗਤ ਦੀ ਸਦਨਾ ਜੀ ਆਵਾਜ਼। ਭਗਤੀ ਕਾਲ ਦੇ ਦੌਰ ਦੇ ਵਿੱਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇ ਵਿੱਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵੱਢ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੀ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ। ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ। ਇਹਦਾ ਇੱਕ ਪਿਛੋਕੜ ਹੈ। ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਇਆ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ। ਘੋੜੇ ਦੀਆਂ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ, ਜੇ ਬੱਕਰਾ ਮੈਂ ਵੱਢਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ। ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਕਿ ਬਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂ। ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ, ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪਨ ਹੋ। ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ। ਜ਼ਮੀਰ ਦੀ ਆਵਾਜ਼ ਇਹ ਸਾਰੀ ਰਾਤ ਤੜਪੇਗਾ। ਬੱਕਰਾ ਛੁਰਾ ਹੱਥੋਂ ਗਿਰ ਗਿਆ। ਬਾਦਸ਼ਾਹ ਦੇ ਅਹਿਲਕਾਰਾਂ ਨੂੰ ਕਹਿ ਦਿੱਤਾ, ਅੱਜ ਤੋਂ ਮੈਂ ਕਸਾਈ ਨਹੀਂ, ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੱਢਿਆ ਕਰਾਂਗਾ। ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੱਢਣਾ। ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾ ਕਰਨਾ ਹੈ। ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾ ਕਰਨਾ ਹੈ। ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ। ਕਦੀ ਵਿਚਾਰ ਕਰੀਏ, ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੱਢਦੇ ਨੇ, ਔਗਣਾਂ ਨੂੰ ਵੱਢਦੇ ਨੇ, ਪਾਪਾਂ ਨੂੰ ਵੱਢਦੇ ਨੇ। ਤੇ ਜੋ ਆਪਣੇ ਪਾਪਾਂ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਇਆ ਹੈ, ਜੋ ਆਪਣੇ ਔਗਣਾਂ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਇਆ ਹੈ, ਕੁਦਰਤੀ ਗੱਲ ਹੈ ਉਹ ਬਾਹਰ ਕਤਲੋ ਗਾਰਤ ਕਰਦਾ ਹੈ, ਉਹ ਬਾਹਰ ਮਾਰ ਕੁਟਾਈ ਕਰਦਾ ਹੈ। ਆਪਣੇ ਆਪ ਨੂੰ ਜ਼ਬਾ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ, ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ, ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਆਬਾਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦੇ ਤੇ ਉਸ ਦੀ ਘਾੜਤ ਹੋਵੇ, ਸੱਚ ਦੀ ਉਸ ਨੂੰ ਪਾਣ ਧਾਰ ਲੱਗੀ ਹੋਈ ਹੋਵੇ। ਸੱਚ ਕੀ ਕਾਤੀ ਸੱਚ ਸਭ ਸਾਰ, ਸਾਰੇ ਦਾ ਸਹਾਰਾ ਲੋਹਾ ਸੱਚ ਦਾ, ਉਹਦੀ ਧਾਰ ਸੱਚ ਦੀ ਹੋਵੇ, ਛੁਰਾ ਸੱਚ ਦਾ ਹੋਵੇ। ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਕਾਰਾਂ ਤੇ, ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰਿਆ ਹੋਇਆ, ਤੋ ਸਾਹਿਬ ਤੈਨੂੰ ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਬ ਨਿਕੱਠਾ ਵੇਖ। ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਵਿੱਚੋਂ ਸਾਰਾ ਲਹੂ ਨਿਕਲ ਜਾਏਗਾ। ਕਿਹੜਾ ਲੋਭ ਦਾ, ਵਿਕਾਰ ਦਾ, ਦੁਸ਼ਟਪਣੇ ਦਾ, ਵੈਰ ਵਿਰੋਧ ਦਾ। ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾ ਕਰਨ ਵਿੱਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾ ਕਰਨ ਦਾ ਕੰਮ ਕਰਦੇ ਨੇ। ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ। ਪਰ ਕੋਈ ਆਪਣੇ ਮਨ ਨੂੰ, ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ, ਉਹ ਭਗਤ, ਪੂਜਨੀਕ, ਪੁਨੀਤ ਆਤਮਾ ਹੈ। ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇ ਵਿੱਚ ਪੈਦਾ ਹੋਈ, ਜਿਸ ਦਾ ਨਾਮ ਹੈ ਭਗਤ ਸਦਨਾ। ਆਮ ਇਤਿਹਾਸਕਾਰ ਕਹਿੰਦੇ ਨੇ
कि आप दा पिछोकड़ इस्लामी घराने नाल संबंधित है। गुरु ग्रंथ साहब जी महाराज दे कुछ भगत ऐसे ने जो मुसलमान ने, बाबा फरीद, सदना, सैन, बेखन इत्यादि। ये भगत मुसलमान घरानिਆਂ ਨਾਲ संबंध रखते हैं, लेकिन जब खुदा दा नूर अंदर प्रगट होवे तो मनुख इस भावना तो उच्चा उठ जाता है, कौन हिंदू कौन मुसलमान, ना हम हिंदू ना मुसलमान, अल है राम के पिंड प्राण, ये शरीर अल्लाह दा है, ये प्राण राम दे ने। तो ऐसा पुरुष अल्लाह दी धुन अलापण दे, राम दे गीत गाण दे संकोच नहीं करेगा। ये सारे भगत बड़े पराग दिल, रोशन जमीर, रोशन दिमाग होए ने, और इन्हां भगतां दे चों भगत सदने जी का भी अपना एक खास स्थान है। गुरु ग्रंथ साहब जी महाराज विच आप दा एक बड़ा ही पावन ते फिलसफे नाल पूरब एक शब्द है, जिस दियां अस्थाई पंक्तियां ने, तो गुण कहा जगत बुरा, जो कर्म न नासे, सिंह शरण कत जाइए, जो जंपुग ग्रासे। साडे देश दे कर्म सिद्धांत की बड़ी चर्चा है, और आखिया सब कुछ कर्मां दे ही निपटता है। जैसे कोई कर्म करता है वैसे कोई उदा फल भोगता है। भोगे बिना कर्म नाश नहीं होंदे। भारत दा धार्मिक चिंतन, भारत दा धार्मिक दर्शन बस इस विचार पे खड़ा है, जे कर्म कुछ होया ते भोगे बिना उसने नसना नहीं, जे कर्म कुछ कीता है तो उदा फल झोली विच पाना ही पेगा। भगत सदना जी तो क्योंकि कुछ कर्म ऐसे होए ने, कसाई सन, जिंदगी का बेशतर हिस्सा मांस वेचदियां लंघिया, जीवां नूं ज़बह करदियां लंघिया, ते जो हुण इस तरह के पुरुष के सामने ये विचार रखो कि कीते हुए कर्मां दा फल ते भोगना ही पेगा, फिर एक ख्याल पैदा होंदा है, ईश्वर भी बंदगी का की मतलब है, फिर ओदी इबादत का की मतलब है। तो एक गिले दे रूप विच भगत सदना जी कहते ने, तौ गुण कहा जगत बुरा, हे जगत दे गुरु, हे जगत नूं प्रेरणा देने वाले परिपूर्ण परमात्मा, फिर तेरे विच के गुण है कि तेरी बंदगी करदियां होया भी जे मैं कर्मां दी मार भोगनी है, तो फिर तौ गुण कहा, तेरे विच गुण की है, फिर ते कोई गुण नहीं रह गया, फिर तेरे कोल आण दी लोड़ की पै गई। तौ गुण कहा जगत बुरा, जो कर्म न नासे, सिंह शरण कत जाइए, जो जंपुग ग्रासे। शेर भी शरण विच जाइए ते गिद्दड़ खा लवे, गिद्दड़ झपटा मार के नाश कर देवे, तो फिर शेर की शरण विच जाण दी लोड़ की है। प्रभु की शरण विच जाइए, उदी बंदगी करिए, एक कर्मां दी मार सहारमी पै जाए, फिर बंदगी दा फल, इबादत दा फल की। गुरु नानक देव जी महाराज कहते ने, लख मड़िया कर इकट्ठे, एक रतीले भाई, लोका मत को पकड़ पाए, लख मड़िया कर इकट्ठे, एक रतीले भाई। ऐ बंदे मता किधरे भुले खिच तो पै, लखा मन लकड़ियां एक चंगारी नाल भस्म हो जांदियां ने। रंचक मात्र नाम दा जा, सुरत शब्द दी कागरता नाल कीता होया जाक, लखां जिंदगियां दे पाप धो धोंदा है। अनंत जन्मां दे पाप साड़ के राख कर देंदा है, सुआ कर देंदा है। ये नाम दी बरकत है, ये नाम दी महिमा है, ये नाम दी ताकत है। तो भगत सदना जी महाराज कहते ने, आप पुराण प्रसंग सामने रखते ने, निरप कन्या के कारणे, एक भया भेथदारी, कामारथी स्वार्थी, वाकी पैर सवार। विष्णु जैसे कपड़े पहन के, विष्णु का ही रूप धारण करके, एक विकारी, एक कामार्थी, विष्णु का रूप धारण करके एक राज कन्या नूं ठगन लगा है, और रोज उस कन्या नूं प्रभावित करता है। एक दिन गीत गा रहा सी प्रभु दे, जुड़ गया, जुड़दियां ही पखंड खत्म हो गया।
जुड़दे ही भेख उतर गया। जुड़दे ही ख्याल आया जिवें बाहरों विष्णु बनिया ते हुण मैनूं अंदरों बनना चाहिए। ज़मीर दी आवाज़ आई, विष्णु दा तैं रूप बनाया, विष्णु दा तेरे कोल मन नहीं है। देवते दी तूं काया बना लई, पर देवते वाली तेरे कोल ज़मीर नहीं है। ऐसा आत्मा ने झंझोड़िया, ऐसा प्रभु दा गीत गाया कि वाह कईओ विष्णु वर्गा हो गया। विष्णु जैसा पावन, विष्णु जैसा पवित्र। तो भगत सतना जी कहते ने कामारथी स्वार्थी उते कामना नाल भरिया होया सी, उते स्वार्थ नाल भरिया होया सी, उते दुनियावी पदार्थां विच लिवड़िया होया सी। ते इस सब कुछ नूं सामने रख के उन्हें बंदगी कीती, उन्हें नाम जपिया ते हे प्रभु तू उन्हों भी रस दे दिता, तू उन्हों भी सुकून दे दिता, तू उन्हों भी चैन दे दिता। निरपकन्या के कारणे एक भया पेखदारी, कामा रखी स्वार्थी वाकी पैज सवारी। तो गुण कहा जगत बुरा जो कर्म न नासे, सिंह सरन कत जाइए जो जंपग ग्रासे। अगां चल के भगत सदना जी कहने ने एक बूंद जल कारणे चात्रिक दुख पावे। प्यासा एक बूंद लई तड़पदा फिरे, एक बूंद दी मंग करे भी किसी तरीके नाल एक बूंद पानी मैनू किधरों मिले। और हकीकत है कि पानी दी कदर प्यासे नू है, भोजन दी कदर भुखे नू है, कपड़े दी कदर नंगे नू है, औलाद दी कदर बे औलादे नू है, कि इंज कह लीए परमात्मा दी कदर भगत नू है, जिहदे अंदर भक्ति भावना पैदा होगी। एक बूंद जल कारणे चात्रिक दुख पावे। एक बूंद दी खातिर प्यासा चारों पासे तड़पे ते दुख प्राप्त करे, हर पासे दुखी होवे। प्राण गए सागर मिले उन काम ना आवे। तड़प तड़प के उसने प्राण दे दिते ने ते हुण सागर उसनों मिले, हुण दरियावां दे दरिया पानी दे उसनों मिलन किहड़े काम दे। दरअसल सदना जी ये कह देन कि मौके उत्ते जो कर्म कम सरिया ने, बेमौके कम दा की मतलब। प्यासा कड़प के मर गया ते हुण पानी मिलिया किहड़े काम दा। आम धार्मिक दुनिया विच कहा जाता है कि परमात्मा दे घर देर है अंधेर नहीं, पर मैं अपने ढंग नाल सोचा है नहीं, देर ही अंधेर है। अगर देर हो गई तो फिर अंधेर है, अगर देर हो गई तो निराशा पैदा हो जाती है, अगर देर हो गई तो विश्वास उठ जाता है। मैं ऐसा समझदा परमात्मा दे घर देर भी नहीं। जैसे अग विच हथ पाइए उसे वक्त हथ सड़ पै, जैसे पुल्ला कोल बैठिए उसे वक्त महक मिलती है, जैसे बर्फानी पहाड़ हिमालय दे कोल बैठिए उसे वक्त ही जो है ठंड मिलती है। इसे तरीके नाल शुभ कर्म करिए उसे वक्त फल मिलता है, अशुभ कर्म करिए उसे वक्त फल मिलता है। शुभ कर्म मनुख नूं खेड़ा देंदा है, सुकून देंदा है, शांति देंदा है, हुलास देंदा है। अशुभ कर्म मन बेचैन कर देंदा है, पीड़ित कर देंदा है, मैला कर देंदा है। ये तत्छिन फल है प्रभु दे दरबार विच। देर भी नहीं, क्योंकि देर भी अंधेर हो सकती है। जैसे थे श्री सदना जी कहते ने एक बूंद जल कारणे चात्रिक दुख पावे, प्राण गए सागर मिले हुन काम ना आवे। प्राण जो थाके तिर नहीं कैसे बिरमाओ। भाई हुण मेरे प्राण टुटन लगे, श्वास टुटन लगे, ते तू बोने ना, तू मददगार ना होवे, तू सहायक ना होवे। प्राण जो थाके तिर नहीं कैसे बिरमाओ। बूढ़ मुए नौका मिले कहो काहे चढ़ाओ। डुब गया मैं ते हुण तू नौका भेजी है, दस हुण कौन बैठेगा उस नौका दे। डुब गया अगला ने, गर्क होने वाला गर्क हो गया, हुण नौका किहड़े काम दी। दरअसल वक्त सिर प्रभु बोड़दा, वक्त सिर ही वो सहायक होंदा है। और सतगुरां दी बाणी कहंदी है अचिंत कम करे प्रभ तिनके जिन हर का नाम प्यारा।
ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਜੋ ਹਰੀ ਨਾਲ ਜੁੜੇ ਹੋਏ ਨੇ, ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚਨਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ, ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ। ਔਰ ਐਸਾ ਭਗਤਾਂ ਦਾ ਅਨੁਭਵ ਹੈ। ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਹੈ, ਉਹ ਵੀ ਹੋ ਜਾਂਦਾ ਹੈ। ਅਚੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਪ੍ਰਾਨ ਗਏ ਸਾਗਰ ਮਿਲੇ ਹੁਣ ਕਾਮ ਨਾ ਆਵੇ, ਜਾਂ ਡੂਬ ਮਿਲੇ ਨੌਕਾ ਮਿਲੇ ਕੌਕਾਏ ਚੜਾਓ। ਮਰ ਗਏ, ਡੁੱਬ ਗਏ, ਹੁਣ ਨੌਕਾ ਮਿਲੀ ਤੇ ਕਿਹੜੇ ਕੰਮ ਦੀ। ਅਖੀਰ ਵਿੱਚ ਆਪ ਕਹਿੰਦੇ ਨੇ, ਮੈਂ ਨਹੀਂ ਕਛ ਹੋ ਨਹੀਂ, ਕਛ ਆਏ ਨ ਮੋਰਾ, ਅਵਸਰ ਲੱਜਾ ਰਾਖ ਲੈ, ਸਦਨਾ ਜਨ ਤੋਰਾ। ਇਹ ਪ੍ਰਭੂ ਸਮੇਂ ਸਿਰ ਲੱਜਾ ਰੱਖ ਲੈ। ਵਾਕਈ ਭਗਤਾਂ ਨੂੰ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ, ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ। ਪ੍ਰਭੂ ਜੂ ਤੋ ਕਹਿ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਹੇ ਪ੍ਰਭੂ ਤੂੰ ਹੀ ਮੇਰੀ ਲੱਜਾ ਰੱਖ, ਤੂੰ ਹੀ ਮੇਰੀ ਲੱਜ ਦੀ ਪਾਲ ਕਰ। ਉਹ ਸ੍ਰੀ ਸਦਨਾ ਜੀ ਕਹਿੰਦੇ ਨੇ, ਸਮੇਂ ਸਿਰ ਮੇਰੀ ਲੱਜਾ ਰੱਖ, ਸਮੇਂ ਸਿਰ ਮੇਰਾ ਕੰਮ ਕਰ, ਵਕਤ ਸਿਰ ਮੇਰਾ ਕੰਮ ਕਰ। ਸਾਰੀ ਰਾਤ ਮੈਂ ਤੜਪਦਾ ਰਹਾਂ ਰੋਸ਼ਨੀ ਲਈ, ਘਰ ਵਿੱਚ ਮੇਰੇ ਚਾਨਣਾ ਹੋਵੇ, ਦੀਵਾ ਜਲੇ ਤੇ ਦੀਵਾ ਨਾ ਮੁਯੱਸਰ ਹੋਵੇ, ਤੇਲ ਨਾ ਮਿਲ ਸਕੇ, ਦੀਵਾ ਨਾ ਮਿਲ ਸਕੇ, ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਂਗੇ, ਕਿਹੜੇ ਕੰਮ ਦਾ, ਉਹ ਮੇਰੇ ਕਿਸ ਕੰਮ ਦਾ। ਦਰਅਸਲ ਵਕਤ ਸਿਰ ਜੋ ਮਦਦ ਹੈ ਉਹੀ ਮਦਦ, ਬੇਵਕਤੀ ਮਦਦ ਬੇਮੈਨੀ ਹੋ ਜਾਂਦੀ ਹੈ। ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਦੇ ਵਿੱਚ ਦੇਰ ਹੈ, ਅੰਧੇਰ ਨਹੀਂ, ਦਰਅਸਲ ਦੇ ਨੇ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੋ ਗਿਆ। ਭਗਤ ਸਦਨਾ ਜੀ ਦੇ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਥ ਕਹਿ ਰਹੇ ਨੇ ਕਿ ਹੇ ਪ੍ਰਭੂ, ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ, ਤਾਂ ਫਿਰ ਮੈਂ ਸਮਝਾਂਗਾ ਤੇਰੇ 'ਚ ਗੁਣ ਕੀ ਹੈ। ਤੋ ਗੁਣ ਕਹਾ ਜਗਤ ਬੁਰਾ, ਜੋ ਕਰਮ ਨਾ ਨਾਸੇ। ਭਾਰਤ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਦੇ ਖੜਾ ਹੈ। ਪਰ ਥੋੜਾ ਜਿਹਾ ਸੋਚੀਏ, ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸਨ। ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੋਇਆ, ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ, ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ। ਇਹ ਤੇ ਸਵਾਲ ਐਸਾ ਹੋਇਆ, ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ। ਆਖਰ ਗੱਲ ਇੱਥੇ ਹੀ ਆਉਂਦੀ ਹੈ, ਨਹੀਂ ਪ੍ਰਭੂ ਇੱਕ ਤੇਰੀ ਲੀਲਾ, ਇੱਕ ਤੇਰਾ ਖੇਲ, ਨਾ ਕਰਮ ਪਹਿਲੇ ਨਾ ਮਨੁੱਖ ਪਹਿਲੇ। ਜੈਸੇ ਤੂੰ ਚਾਹਿਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਖੇਲ, ਤੇ ਇਸ ਤੋਂ ਬਾਅਦ ਤੂੰ ਕੁਛ ਵਿਧਾਨ ਬਣਾਏ, ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੌਜ, ਤੇਰੀ ਇੱਕ ਮਸਤੀ। ਅਗਰ ਕੋਈ ਭਗਤ ਪ੍ਰਾਰਥਨਾ ਕਰੇ, ਨਿਮਰਤਾ ਸਹਿਤ ਜੋਦੜੀਆਂ ਕਰੇ, ਤੇ ਤੂੰ ਉਸਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇ, ਛਿੰਨ ਦੇ 'ਚ ਉਸਨੂੰ ਚੈਨ ਦੇ ਦੇਣਾ, ਛਿੰਨ ਦੇ 'ਚ ਉਸਨੂੰ ਸ਼ਾਂਤੀ ਦੇ ਦੇਣਾ। ਤੋ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ। ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ। ਅੱਜ ਤੱਕ ਰੂਹੇ ਜ਼ਮੀਨ ਦੇ 'ਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ 'ਚ ਅਨੇਕ ਵਿਅਕਤੀ ਬੈਠੇ ਹੋ। ਇੱਕੋ ਹੀ ਹੈ, ਇਹਦੇ 'ਚ ਅਨੇਕ ਵਿਅਕਤੀ ਬੈਠੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਦੇ 'ਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਦੇ 'ਚ ਵੀ ਨਹੀਂ ਹੈ। ਇਹ ਭਗਤ ਵੱਖ-ਵੱਖ ਪ੍ਰਾਂਤਾਂ ਦੇ ਨੇ ਤੇ ਵੱਖ-ਵੱਖ ਭਾਸ਼ਾਵਾਂ ਦੇ 'ਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤੱਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ। ਨਾਮਦੇਵ ਨੂੰ ਪੜ੍ਹੇਗਾ
ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਠਾਨ ਠਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਈ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ तो फिर वो सतनाम ਦਾ ਰਟਨ ਕਰੇਗਾ। ਵਰਸ ਕੇ ਇਹ ਸਾਰੇ ਭਗਤ ਵੱਖ-ਵੱਖ ਨਾਮਾਂ ਨੂੰ ਜਪਦੇ ਨੇ, ਵੱਖ-ਵੱਖ ਬੋਲੀਆਂ ਬੋਲਦੇ ਨੇ, ਵੱਖ-ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ, ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ। ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲ ਰਹੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇ ਖੂਨ ਖਰਾਬਾ ਬੰਦ ਹੋਵੇ। ਇਹ ਚਲੋ ਮੰਨ ਲੈਨੇ ਆ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ-ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ-ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਉਹ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ 'ਚ ਅੱਲਾ ਦੇ ਗੀਤ ਹੋਣ, ਜਿਹਦੇ 'ਚ ਰਾਮ ਦੀ ਧੁਨ ਹੋਵੇ, ਜਿਹਦੇ 'ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ 'ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ 'ਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ, ਜਿਹਦੇ 'ਚ ਕਰਤਾਰ ਦੀ ਵੀ ਧੁਨੀ ਹੋਵੇ। ਗਰਸ ਕੇ ਅਨੰਤ ਨਾਮ ਹੋਵਨ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ। ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣੀ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ। ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫਾ ਦੇਖਣ ਦੇ ਚਾਅ ਆਇਆ ਹੁੰਦਾ ਕਿ ਬੜੇ ਧਰਮਾਤਮਾ ਬੰਦੇ ਵੀ ਕਸਾਈ ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਨਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਢਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਬਹਾਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ,
ਧੰਦੇ ਤੋਂ ਵੇਲ ਮਿਲੇ ਕਿ ਧਾਰਮਿਕ ਬਣੀਏ। ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਪਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ। ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਕਰ ਰਿਹਾ। ਧੰਦਾ ਸੇਵਾ ਬਣ ਸਕਦਾ। ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ ਹੈ, ਜਗਤ ਦੇ ਪੈਰਾਂ 'ਚ ਜੁੱਤੀ ਪਵਾਉਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ ਹੈ। ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ, ਐਸਾ ਧਰਮ ਦੀ ਵਾਸਤਵਿਕ ਧੰਦਾ ਹੈ, ਉਹਦੇ ਧੰਦੇ ਦੀ ਜੋ ਹੈ ਬਦਬੂ ਹੈ। ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 2-4 ਬੱਕਰੇ ਰੋਜ਼ ਜ਼ਬਾ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ। ਪਰ ਕਮਾਲ ਦੀ ਗੱਲ, ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ ਵਿੱਚ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁਨ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ ਹੈ, ਮਹਿਕ ਵੰਡਣ ਲੱਗ ਪੈਂਦਾ। ਜਦ ਇੱਕ ਦੀਵਾ ਜਲ ਪੈਂਦਾ ਹੈ, ਰੋਸ਼ਨੀ ਵੰਡਣ ਲੱਗ ਪੈਂਦਾ ਹੈ। ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ, ਉਹ ਚਾਨਣਾ ਵੰਡਣ ਲੱਗ, ਉਹ ਸੁਖ ਚੈਨ ਵੰਡਣ ਲੱਗ, ਉਹ ਆਨੰਦ ਵੰਡਣ ਲੱਗ ਪੈਂਦਾ ਹੈ। ਔਰ ਇਹ ਵੰਡਣਾ ਉਸ ਤੋਂ ਸੁਤੇ ਸੁਤ ਹੁੰਦਾ ਹੈ, ਆਪਣੇ ਆਪ ਹੁੰਦਾ ਹੈ। ਜੈਸੇ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸ ਦੇ ਚ ਮਹਿਕ ਦਾ ਅਦਕ ਹੋਣਾ ਹੈ। ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ, ਇਤਨਾ ਗੁਣਾ ਨਾਲ ਭਰ ਜਾਂਦਾ ਹੈ, ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ। ਸਦਨਾ ਜੀ ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ, ਥਾਂ ਥਾਂ ਤੇ ਭਰਮਣ ਕਰਕੇ ਇਹਨਾਂ ਹੀ ਗੁਣਾਂ ਨੂੰ ਵੰਡਦੇ ਰਹੇ। ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਤੇ ਸਦਨਾ ਕਸਾਈ ਪੇਸ਼ੇ ਵਿੱਚ ਇਹ ਵੀ ਭਗਤ ਹੈ। ਇਸ ਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿੰਦੀ ਦੁਨੀਆ ਤੱਕ ਅਧਿਆਤਮਿਕ ਸ਼ਾਂਤੀ ਵੰਡਦਾ ਰਹੇਗਾ।